ਪਿਛਲੀ ਆਪਾਂ ਜਦੋਂ ਮਿਲੇ ਸੀ ਉਸ ਦੇ ਵਿੱਚ ਮੈਂ ਸਪਸ਼ਟ ਕਿਹਾ ਸੀ ਕਿ ਆਮ ਆਦਮੀ ਪਾਰਟੀ ਹਰ ਹੀਲੇ ਹਰ ਵਸੀਲੇ ਇਲੈਕਸ਼ਨ ਜਿੱਤੂਗੀ। ਬਿਲਕੁਲ ਬਾਈ ਹੁੱਕ ਔਰ ਬਾਈ ਕਰੁੱਕ ਕੇ ਮੈਂ ਅਲਫਾਜ਼ ਇਸਤੇਮਾਲ ਕੀਤੇ ਸੀ ਔਰ ਅੱਜ ਉਹ ਗੱਲ ਸੱਚ ਹੋ ਗਈ। ਪਰ ਇਹਨਾਂ ਦਿਨਾਂ ਦੌਰਾਨ ਮੇਰੇ ਕਈ ਕਾਂਗਰਸੀ ਦੋਸਤ ਮੇਰੇ ਨਾਲ ਨਾਰਾਜ਼ ਹੋਏ। ਜਿੱਥੋਂ ਤੱਕ ਸਵਾਲ ਹੈ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਜਿੱਤਣ ਦਾ, ਮੈਂ ਸਮਝਦਾ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਨਾਂ ਲਈ ਇਹ ਇਲੈਕਸ਼ਨ ਸਿਰ ਧੜ ਦੀ ਬਾਜੀ ਦੇ ਬਰਾਬਰ ਸੀ, ਕਿਉਂਕਿ ਸੰਗਰੂਰ ਦਾ ਬਾਈ ਇਲੈਕਸ਼ਨ ਲੋਕ ਸਭਾ ਦਾ ਹਾਰ ਜਾਣ ਤੋਂ ਬਾਅਦ ਉਹਨਾਂ ਲਈ ਇੱਕ ਬਹੁਤ ਵੱਡਾ ਕ੍ਰਾਈਸਿਸ ਪੈਦਾ ਹੋ ਜਾਣਾ ਸੀ ਜੇ ਉਹ ਇਹ ਇਲੈਕਸ਼ਨ ਹਾਰ ਜਾਂਦੇ। ਉਹਨਾਂ ਦੀ ਗਵਰਨਮੈਂਟ ਦੀ ਲੈਜੀਟੀਮੇਸੀ ਵੱਡਾ ਚਿਹਰਾ ਜਦੋਂ ਬਾਕੀ ਪਾਰਟੀਆਂ ਦੇ ਆਏ ਰਹੇ ਨੇ, ਬੀਜੇਪੀ ਦੇ ਮਿਨਿਸਟਰਸ ਉੱਥੇ ਆਉਂਦੇ ਰਹੇ ਨੇ, ਕਾਂਗਰਸ ਵੱਲੋਂ ਉਸ ਤਰ੍ਹਾਂ ਦਾ ਕੋਈ ਸ਼ੋਅਡਾਊਨ ਨਹੀਂ ਹੋਇਆ। ਇਹ ਇੱਕ ਫੈਕਟਰ ਜ਼ਰੂਰ ਗਿਣਿਆ ਜਾਏਗਾ। ਕਾਂਗਰਸ ਦੀਆਂ ਸ਼ਾਇਦ ਪ੍ਰਾਇਓਰਿਟੀਜ਼ ਕੁਝ ਹੋਰ ਸੀ। ਜ਼ਾਹਿਰ ਹੈ ਕਰਨਾਟਕਾ 'ਤੇ ਬਹੁਤ ਜ਼ਿਆਦਾ ਫੋਕਸ ਸੀ, ਯੂਪੀ 'ਤੇ ਫੋਕਸ ਸੀ ਜਿੱਥੇ ਕਾਰਪੋਰੇਸ਼ਨਸ 'ਤੇ ਇਲੈਕਸ਼ਨਸ ਹੋਏ ਹੈ। ਮੋਰਓਵਰ ਕਾਂਗਰਸ ਪਾਰਟੀ ਨੂੰ ਵੀ ਇਹ ਪਤਾ ਸੀਗਾ ਕਿ ਇਸ ਵਾਰੀ ਭਗਵੰਤ ਮਾਨ ਸਰਕਾਰ ਜਿਹੜੀ ਹੈ ਜਾਂ ਆਮ ਆਦਮੀ ਪਾਰਟੀ ਕਿਸੇ ਵੀ ਤਰੀਕੇ ਨਾਲ ਇਹ ਇਲੈਕਸ਼ਨ ਜਿੱਤੇਗੀ। ਸੋ ਬਜਾਏ ਇਸ ਦੇ ਕਿ ਉਹ ਇੱਥੇ ਆਉਂਦੇ ਤੇ ਫਿਰ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਕਿ ਜੀ ਪ੍ਰਿयंका जी के आने के बाद भी हम हार गए तो फिर मुश्किल हो जाना ਸੀ ਉਹਨਾਂ ਲਈ। ਸੋ ਉਹਨਾਂ ਨੇ ਸਿਆਣਪ ਤੋਂ ਕੰਮ ਲਿਆ। ਅਸੀਂ ਇਹ ਦੇਖਦੇ ਹਾਂ ਕਿ ਅਕਾਲੀ ਦਲ ਨਾ ਸਿਰਫ ਬੀਜੇਪੀ ਦੇ ਅਲਾਇੰਸ ਟੁੱਟਣ ਦਾ ਨੁਕਸਾਨ ਹੀ ਹੋਇਆ, ਬਲਕਿ ਅਕਾਲੀ ਦਲ ਦੀ ਜਿਹੜੀ ਚੇਂਜ ਆਫ ਲੀਡਰਸ਼ਿਪ ਹੋਈ ਹੈ ਫਰੋਮ ਪ੍ਰਕਾਸ਼ ਸਿੰਘ ਬਾਦਲ ਟੂ ਸੁਖਬੀਰ ਬਾਦਲ, ਉਹ ਵੀ ਕਾਮਯਾਬ ਨਹੀਂ ਕਹੀ ਜਾ ਸਕਦੀ। ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਬਹੁਤ ਵੱਡੇ ਮਾਸ ਲੀਡਰ ਸੀ, ਲੋਕਾਂ ਨੂੰ ਨਾਲ ਲਗਾ ਕੇ ਤੋਰਨ ਦੀ ਕੈਪੇਬਿਲਿਟੀ ਰੱਖਦੇ ਸੀ, ਸੁਖਬੀਰ ਬਾਦਲ ਦੇ ਵਿੱਚ ਉਸ ਤਰ੍ਹਾਂ ਦੀ ਲੀਡਰਸ਼ਿਪ ਦੀ ਜਿਹੜੀ ਕੈਪੈਸਿਟੀ ਹੈ ਉਹ ਨਹੀਂ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਤੇ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦਾ। ਜਲੰਧਰ ਦੇ ਵਿੱਚ ਜ਼ਿਮਨੀ ਚੋਣ ਦੇ ਨਤੀਜੇ ਆ ਚੁੱਕੇ ਨੇ। ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਦਾ ਇੱਕ ਕਿਲਾ ਫਤਿਹ ਕੀਤਾ ਗਿਆ, ਕਿਉਂਕਿ ਪਿਛਲੇ 25 ਸਾਲਾਂ ਤੋਂ ਕਾਂਗਰਸ ਪਾਰਟੀ ਕਾਬਜ਼ ਸੀ ਜਲੰਧਰ ਲੋਕ ਸਭਾ ਸੀਟ ਦੇ ਉੱਪਰ। ਸੋ ਹੁਣ ਆਮ ਆਦਮੀ ਪਾਰਟੀ ਨੇ ਜਿੱਥੇ ਲੋਕ ਸਭਾ ਦੇ ਵਿੱਚ ਆਪਣਾ ਖਾਤਾ ਖੋਲ੍ਹਿਆ, ਉਸ ਦੇ ਨਾਲ ਇੱਕ ਵੱਡੀ ਜਿੱਤ ਜਿਹੜੀ ਦਰਜ ਕੀਤੀ ਹੈ। 58,691 ਵੋਟਾਂ ਦੇ ਫਰਕ ਦੇ ਨਾਲ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਜੇਤੂ ਰਹੇ ਨੇ। ਬਾਕੀ ਪਾਰਟੀਆਂ ਵੱਲੋਂ ਵੀ ਚੋਣ ਪ੍ਰਚਾਰ ਦੇ ਦੌਰਾਨ ਇਹ ਦਾਅਵੇ ਕੀਤੇ ਜਾਂਦੇ ਸਨ ਕਿ ਸਾਡੀ ਪਾਰਟੀ ਦਾ ਕੈਂਡੀਡੇਟ ਜਿੱਤੇਗਾ, ਪਰ ਅਸੀਂ ਅੱਜ ਮੌਜੂਦ ਹਾਂ PS ਭੋਗਲ ਜੀ ਦੇ ਨਾਲ, ਜਿਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਹੀ ਇਹ ਪ੍ਰੈਡਿਕਟ ਕਰ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਇਸ ਸੀਟ ਨੂੰ ਹਰ ਹਾਲਤ ਦੇ ਵਿੱਚ ਹਰ ਹੀਲੇ ਵਸੀਲੇ ਦੇ ਨਾਲ ਜਿੱਤੇਗੀ। ਸੋ PS ਭੋਗਲ ਸਾਡੇ ਨਾਲ ਮੌਜੂਦ ਨੇ, ਜੋ ਕਿ ਆਰੀਆ ਕਾਲਜ ਦੇ ਵਿੱਚ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ HOD ਨੇ। ਉਸ ਦੇ ਨਾਲ ਜਿੰਨੇ ਵੀ ਪੋਲੀਟੀਕਲ ਮੁੱਦੇ ਨੇ, ਚਲੰਤ ਮੁੱਦੇ ਨੇ, ਉਹਨਾਂ ਦੇ ਉੱਪਰ ਆਪਣੀ ਪਕੜ ਰੱਖਦੇ ਨੇ, ਬੜੀ ਬਾਰੀਕੀ ਦੇ ਨਾਲ ਹਰ ਇੱਕ ਚੀਜ਼ ਨੂੰ ਸਮਝਦੇ ਨੇ ਔਰ ਲੋਕਾਂ ਤੱਕ ਸਮਝਾਉਂਦੇ ਨੇ। ਸੋ ਅੱਜ ਸਾਡੇ ਨਾਲ ਮੌਜੂਦ ਨੇ PS ਭੋਗਲ, ਉਹਨਾਂ ਨਾਲ ਗੱਲਬਾਤ ਕਰਾਂਗੇ ਜਲੰਧਰ ਬਾਈ ਇਲੈਕਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ। ਭੋਗਲ ਸਾਹਿਬ, ਪਹਿਲਾਂ ਤਾਂ ਤੁਹਾਡੇ ਵੱਲੋਂ ਇੱਕ ਜਿਹੜਾ ਭਵਿੱਖਬਾਣੀ ਕਹਿ ਲਓ ਜਾਂ ਪ੍ਰੈਡਿਕਟ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਜਲੰਧਰ ਲੋਕ ਸਭਾ ਦੀ ਸੀਟ ਜਿਹੜੀ ਹੈ ਜਿੱਤੇਗੀ, ਉਹ ਵਾਕਈ ਸੱਚ ਹੋਇਆ ਵਾ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਕਿ ਤੁਸੀਂ ਤਾਂ ਪਹਿਲਾਂ ਜਾਣਕਾਰ ਸੀਗੇ ਇਸ ਬਾਬਤ, ਕਿਉਂਕਿ ਪੋਲੀਟੀਕਲ ਲਾਈਨ ਦੀ ਜਿਹੜੀ ਤੁਸੀਂ ਪੂਰੀ ਨੌਲੇਜ ਰੱਖਦੇ ਹੋ, ਬੜੀ ਬਾਰੀਕੀ ਦੇ ਨਾਲ ਹਰ ਇੱਕ ਚੀਜ਼ ਨੂੰ ਸਮਝਦੇ ਹੋ, ਪਰ ਕਿੱਦਾਂ ਦਾ ਰਿਹਾ ਇਹ ਸਾਰਾ ਸਿਨੈਰੀਓ ਜਿਹੜਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਪੋਲੀਟੀਕਲ ਪਾਰਟੀਆਂ ਵੱਲੋਂ ਜਿਹੜਾ ਦ੍ਰਿਸ਼ ਬਣਾਇਆ ਗਿਆ ਸੀ, ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਪਿਛਲੀ ਆਪਾਂ ਜਦੋਂ ਮਿਲੇ ਸੀ ਉਸ ਦੇ ਵਿੱਚ ਮੈਂ ਸਪਸ਼ਟ ਕਿਹਾ ਸੀ ਕਿ ਆਮ ਆਦਮੀ ਪਾਰਟੀ ਹਰ ਹੀਲੇ ਹਰ ਵਸੀਲੇ ਇਲੈਕਸ਼ਨ ਜਿੱਤੂਗੀ। ਬਿਲਕੁਲ ਬਾਈ ਹੁੱਕ ਔਰ ਬਾਈ ਕਰੁੱਕ ਕੇ ਮੈਂ ਅਲਫਾਜ਼ ਇਸਤੇਮਾਲ ਕੀਤੇ ਸੀ ਔਰ ਅੱਜ ਉਹ ਗੱਲ ਸੱਚ ਹੋ ਗਈ। ਪਰ ਇਹਨਾਂ ਦਿਨਾਂ ਦੌਰਾਨ ਮੇਰੇ ਕਈ ਕਾਂਗਰਸੀ ਦੋਸਤ ਮੇਰੇ ਨਾਲ ਨਾਰਾਜ਼ ਹੋਏ ਔਰ ਉਹਨਾਂ ਨੇ ਕਿਹਾ ਕਿ ਇਹ ਟ੍ਰੈਡੀਸ਼ਨਲੀ ਕਾਂਗਰਸ ਦੀ ਸੀਟ ਹੈ ਅਤੇ ਤੁਸੀਂ ਇੰਨੇ ਦਾਅਵੇ ਨਾਲ ਕਿੱਦਾਂ ਕਹਿ ਰਹੇ ਹੋ, ਅਸੀਂ ਤੁਹਾਨੂੰ ਦਿਖਾਵਾਂਗੇ ਜਿੱਤ ਕੇ। ਲੇਕਿਨ ਮੈਂ ਮਹਿਸੂਸ ਕਰਦਾ ਸੀਗਾ, ਜਿਸ ਤਰ੍ਹਾਂ ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਕਿ ਇਸ ਵਾਰੀ ਇਸ ਇਲੈਕਸ਼ਨ ਦੇ ਦੌਰਾਨ ਜਲੰਧਰ ਜਦੋਂ ਵੀ ਮੈਂ ਗਿਆ ਜਾਂ ਜਲੰਧਰ ਤੋਂ ਆਉਣ ਵਾਲੇ ਜਿਸ ਵੀ ਸੱਜਣ ਨੂੰ ਮੈਂ ਮਿਲਿਆ ਤਾਂ ਇਹ ਫੀਡਬੈਕ ਮਿਲਦੀ ਸੀ ਕਿ ਕੋਈ ਖਾਸ ਮੁੱਦਾ ਨਹੀਂ ਹੈ, ਕੋਈ ਐਡਾ ਬਰਨਿੰਗ ਇਸ਼ੂ ਕੋਈ ਨਹੀਂ ਹੈਗਾ ਜਿਸ ਨੂੰ ਲੈ ਕੇ ਕੋਈ ਲੋਕਾਂ ਦੇ ਵਿੱਚ ਰਾਜਨੀਤਿਕ ਤੌਰ 'ਤੇ ਉਤਸ਼ਾਹ ਹੋਵੇ। ਆਪਾਂ ਦੇਖਿਆ ਕਿ ਉੱਥੇ ਪੋਲ ਪਰਸੈਂਟੇਜ ਵੀ 54 ਪੁਆਇੰਟ ਸਮਥਿੰਗ ਰਹੀ ਹੈ, ਬਿਲਕੁਲ ਕਾਫੀ ਘੱਟ ਪੋਲ ਪਰਸੈਂਟ ਹੋਈ ਹੈ। ਉੱਥੋਂ ਹੀ ਇੱਕ ਇਹ ਐਵੀਡੈਂਸ ਮਿਲ ਜਾਂਦਾ ਕਿ ਲੋਕ ਬਹੁਤ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੇ ਸੀਗੇ। ਜਿੱਥੋਂ ਤੱਕ ਸਵਾਲ ਹੈ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਜਿੱਤਣ ਦਾ, ਮੈਂ ਸਮਝਦਾ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਨਾਂ ਲਈ ਇਹ ਇਲੈਕਸ਼ਨ ਸਿਰ ਧੜ ਦੀ ਬਾਜੀ ਦੇ ਬਰਾਬਰ ਸੀ, ਕਿਉਂਕਿ ਸੰਗਰੂਰ ਦਾ ਬਾਈ ਇਲੈਕਸ਼ਨ ਲੋਕ ਸਭਾ ਦਾ ਹਾਰ ਜਾਣ ਤੋਂ ਬਾਅਦ ਉਹਨਾਂ ਲਈ ਇੱਕ ਬਹੁਤ ਵੱਡਾ
ਕ੍ਰਾਈਸਿਸ ਪੈਦਾ ਹੋ ਜਾਣਾ ਸੀ ਜੇ ਉਹ ਇਹ ਇਲੈਕਸ਼ਨ ਹਾਰ ਜਾਂਦੇ। ਉਹਨਾਂ ਦੀ ਗਵਰਨਮੈਂਟ ਦੀ ਲੈਜੀਟੀਮੇਸੀ ਸ਼ਾਸਨ ਕਰਨ ਦਾ ਜਿਹੜਾ ਉਹਨਾਂ ਦਾ ਮੋਰਲ ਅਧਿਕਾਰ ਹੈ ਉਸ 'ਤੇ ਸਵਾਲ ਉੱਠਣ ਲੱਗ ਜਾਣੇ ਸੀ। ਸੋ ਉਹ ਇੱਕ ਬਹੁਤ ਵੱਡੇ ਕ੍ਰਾਈਸਿਸ ਤੋਂ ਬਚ ਗਏ ਹੈ। ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਸੀ, ਇਸ ਕਰਕੇ ਉਹਨਾਂ ਨੇ ਹਰ ਚੀਜ਼ ਗਵਰਨਮੈਂਟ ਮਸ਼ੀਨਰੀ ਦਾ ਖੁੱਲ੍ਹੇਆਮ ਮਿਸਯੂਜ਼ ਹੋਇਆ। ਸੋ ਮਚ ਸੋ ਕਿ ਮੇਰਾ ਖਿਆਲ ਪਹਿਲੀ ਵਾਰੀ ਹੋਣਾ ਸਾਡੇ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ MLA ਦੇ ਉੱਤੇ ਜਿਹੜਾ ਹੈ ਰੂਲਿੰਗ ਪਾਰਟੀ ਦੇ MLA 'ਤੇ ਕੇਸ ਬਣਿਆ ਵਾਇਓਲੇਸ਼ਨ ਆਫ ਇਲੈਕਸ਼ਨ ਕੋਡ ਦਾ। ਹੋਰ ਬੜਾ ਕੁਛ ਹੋਇਆ ਉੱਥੇ ਹੋਇਆ, ਯਾਨੀ ਜੋ ਕੁਛ ਵੀ ਇਲੈਕਟੋਰਲ ਮੈਲ ਪ੍ਰੈਕਟਿਸਿਸ ਹੋ ਸਕਦੀਆਂ ਉੱਥੇ ਕੀਤੀਆਂ ਗਈਆਂ, ਕਿਉਂਕਿ ਉਹਨਾਂ ਲਈ ਇਹ ਇਲੈਕਸ਼ਨ ਜਿੱਤਣਾ ਬਹੁਤ ਜ਼ਰੂਰੀ ਸੀ। ਥੋੜ੍ਹਾ ਸਾਰੀ ਸਰਕਾਰ ਉੱਥੇ ਬੈਠੀ ਰਹੀ, MLAs ਬੈਠੇ ਰਹੇ, ਇਸੇ ਤਰ੍ਹਾਂ BJP ਨੇ ਵੀ ਪੂਰਾ ਜ਼ੋਰ ਲਗਾਇਆ ਹੋਇਆ ਸੀਗਾ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਉਹ ਇਲੈਕਸ਼ਨ ਜਿੱਤ ਗਏ, ਜਿੱਤਣਾ ਹੀ ਸੀ ਉਹਨਾਂ ਨੇ। ਔਰ ਲੋਕ ਵੀ ਸਾਡੇ ਸਿਆਣੇ ਆ ਕਿ 4 ਸਾਲ ਅਜੇ ਇਹਨਾਂ ਨੇ ਸੱਤਾ 'ਚ ਰਹਿਣਾ, ਅਤੇ ਫਿਰ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਅੱਗੇ ਆਈਆਂ ਖੜੀਆਂ, ਜਲੰਧਰ ਮਿਊਨਸਿਪਲ ਕਾਰਪੋਰੇਸ਼ਨ ਦੇ ਵਿੱਚ ਵੀ ਵੱਡੇ ਸਟੇਕ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਇਲੈਕਸ਼ਨ ਜਿੱਤਣ ਦੇ ਵਿੱਚ ਜਿਹੜੀ ਹੈ ਉਹ ਮਦਦ ਕੀਤੀ। ਬਰਅਕਸ ਇਸ ਦੇ ਕਾਂਗਰਸ ਪਾਰਟੀ ਦੀ ਇਲੈਕਸ਼ਨਰਿੰਗ ਜਿਹੜੀ ਹੈ, ਇਲੈਕਸ਼ਨ ਕੈਂਪੇਨ, ਉਹ ਕੋਈ ਓਡੀ ਵਧੀਆ ਨਹੀਂ ਸੀ। ਮੈਂ ਸਮਝਦਾ ਉਹਨਾਂ ਦਾ ਜਿਹੜਾ ਚੋਇਸ ਆਫ ਕੈਂਡੀਡੇਟ ਚੌਧਰੀ ਸਾਹਿਬ ਦੀ ਜਿਹੜੇ ਮਰਹੂਮ ਚੌਧਰੀ ਸਾਹਿਬ ਦੇ ਬੇਵਾ ਜਿਹੜੇ ਨੇ ਉਹਨਾਂ ਨੂੰ ਕਰਮਜੀਤ ਕੌਰ ਨੂੰ ਉਹਨਾਂ ਨੇ ਚੁਣਿਆ, ਉਹ ਗੈਰ ਸਿਆਸੀ ਸੀਗੇ। ਉਸ ਦੇ ਨਾਲੋਂ ਕਿਸੇ ਉਹ ਮੇਨ ਸਟਰੀਮ ਵਰਕਰ ਨੂੰ ਜੇ ਟਿਕਟ ਦਿੰਦੇ ਤਾਂ ਸ਼ਾਇਦ ਇਲੈਕਸ਼ਨ ਜਿਹੜਾ ਹੈ ਉਹ ਬੈਟਰ ਪਰਫਾਰਮੈਂਸ ਕਾਂਗਰਸ ਕਰਦੀ। ਲੇਕਿਨ ਕਾਂਗਰਸ ਦੇ ਵਿੱਚ ਆਪਣੀ ਇੰਟਰਨਲ ਫੈਕਸ਼ਨਿਜ਼ਮ ਜਿਹੜੀ ਹੈ ਉਹ ਅਨਕੰਟਰੋਲੇਬਲ ਹੋਈ ਜਦੋਂ ਦੀ ਕੇਂਦਰੀ ਲੀਡਰਸ਼ਿਪ ਕਾਂਗਰਸ ਕਮਜ਼ੋਰ ਹੋਈ ਹੈ, ਕਾਂਗਰਸ ਦੇ ਵਿੱਚ ਬਗਾਵਤਾਂ ਧੜੇਬੰਦੀਆਂ ਬਹੁਤ ਜ਼ਿਆਦਾ ਵਧੀਆ। ਬਿਲਕੁਲ ਇੱਕ ਚੀਜ਼ ਹੋਰ ਵੇਖਣ ਨੂੰ ਮਿਲੀ ਹੈ, ਬੇਸ਼ੱਕ ਸਿੰਮਤੀ ਵੋਟਸ ਲੈਣ ਦੇ ਲਈ ਹਾਈ ਕਮਾਂਡ ਨੇ ਚੌਧਰੀ ਪਰਿਵਾਰ ਦੇ ਵਿੱਚੋਂ ਹੀ ਇੱਕ ਕੈਂਡੀਡੇਟ ਐਲਾਨਿਆ, ਪਰ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਕੋਈ ਵੀ ਵੱਡਾ ਦਿੱਲੀ ਦਾ ਲੀਡਰ ਜਿਹੜਾ ਚੋਣ ਪ੍ਰਚਾਰ ਦੇ ਲਈ ਨਹੀਂ ਪਹੁੰਚਿਆ, ਖਾਸ ਕਰਕੇ ਕਾਂਗਰਸ ਵੱਲੋਂ। ਜਿੱਥੇ 2 ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕੈਂਪੇਨ ਦੇ ਵਿੱਚ ਪਹੁੰਚ ਰਹੇ ਸਨ, ਜੇ BJP ਦੀ ਗੱਲ ਕੀਤੀ ਜਾਵੇ ਕੇਂਦਰ ਦੇ ਮੰਤਰੀ ਪਹੁੰਚ ਰਹੇ ਸਨ, ਪਰ ਕਾਂਗਰਸ ਨੇ ਉਹ ਚੀਜ਼ ਨਹੀਂ ਵਿਖਾਈ। ਚਰਨਜੀਤ ਚੰਨੀ ਸਾਬਕਾ ਜਿਹੜੇ ਮੁੱਖ ਮੰਤਰੀ ਸੀ ਉਹ ਵੀ ਹਾਜ਼ਰੀ ਲਗਵਾ ਕੇ ਗਏ, ਨਵਜੋਤ ਸਿੱਧੂ ਵੀ ਆਏ, ਪਰ ਕੈਂਪੇਨ ਦੇ ਦੌਰਾਨ ਕੋਈ ਵੱਡਾ ਚਿਹਰਾ ਨਹੀਂ। ਉਹ ਵੀ ਇੱਕ ਕਾਰਨ ਹੋ ਸਕਦਾ ਹੈ ਕਾਂਗਰਸ ਦੇ ਹਾਰਨ ਦਾ। ਕਾਰਨ ਬਿਲਕੁਲ ਹੋ ਸਕਦਾ ਹੈ ਕਿ ਵੱਡਾ ਚਿਹਰਾ ਜਦੋਂ ਬਾਕੀ ਪਾਰਟੀਆਂ ਦੇ ਆਏ ਰਹੇ ਨੇ, BJP ਦੇ ਮਿਨਿਸਟਰਸ ਉੱਥੇ ਆਉਂਦੇ ਰਹੇ ਨੇ, ਕਾਂਗਰਸ ਵੱਲੋਂ ਉਸ ਤਰ੍ਹਾਂ ਦਾ ਕੋਈ ਸ਼ੋਅਡਾਊਨ ਨਹੀਂ ਹੋਇਆ। ਇਹ ਇੱਕ ਫੈਕਟਰ ਜ਼ਰੂਰ ਗਿਣਿਆ ਜਾਏਗਾ। ਕਾਂਗਰਸ ਦੀਆਂ ਸ਼ਾਇਦ ਪ੍ਰਾਇਓਰਟੀਜ਼ ਕੁਛ ਹੋਰ ਸੀ। ਜ਼ਾਹਿਰ ਹੈ ਕਰਨਾਟਕਾ 'ਤੇ ਬਹੁਤ ਜ਼ਿਆਦਾ ਫੋਕਸ ਸੀ, UP 'ਤੇ ਫੋਕਸ ਸੀ, ਜਿੱਥੇ ਕਾਰਪੋਰੇਸ਼ਨਸ 'ਤੇ ਇਲੈਕਸ਼ਨਸ ਹੋਏ ਹੈ। ਔਰ ਅਸੀਂ ਦੇਖਦੇ ਹਾਂ ਕਿ ਦੋਨਾਂ ਜਗ੍ਹਾ 'ਤੇ ਕਾਂਗਰਸ ਦੀ ਪਰਫਾਰਮੈਂਸ ਕਰਨਾਟਕਾ 'ਚ ਤਾਂ ਕਹਿਣਾ ਹੀ ਕਿਹਾ ਹੈ, ਬਹੁਤ ਵਧੀਆ ਰਿਹਾ ਉਹਨਾਂ ਨੇ। ਔਰ ਨੈਰੇਟਿਵ ਜਿਹੜਾ ਹੈ ਉਹ ਜੋ 24 ਦਾ ਇਸਟੈਬਲਿਸ਼ ਕਰੇਗਾ ਉਹ ਇਲੈਕਸ਼ਨ। ਔਰ UP ਦੇ ਜਿਹੜੇ ਲੋਕਲ ਬਾਡੀਜ਼ ਦੇ ਇਲੈਕਸ਼ਨ ਹੋਏ ਹੈ ਉਹਦੇ ਵਿੱਚ ਵੀ ਕਾਂਗਰਸ ਬਜ਼ਾਤੇ ਖੁਦ ਭਾਵੇਂ ਇੰਨੀ ਅੱਛੀ ਪਰਫਾਰਮੈਂਸ ਨਹੀਂ ਦੇ ਸਕੀ, ਲੇਕਿਨ BJP ਨੂੰ ਕਾਫੀ ਢਾਹ ਉੱਥੇ ਵੱਜੀ ਹੈ, ਉੱਥੇ ਫੋਕਸ ਜ਼ਿਆਦਾ ਰਿਹਾ ਹੈ ਕਾਂਗਰਸ ਦਾ। ਸੋ ਉਸ ਦਾ ਅਸਰ ਜਲੰਧਰ ਦੇ ਇਲੈਕਸ਼ਨ 'ਤੇ ਹੋਇਆ। ਮੋਰਓਵਰ ਕਾਂਗਰਸ ਪਾਰਟੀ ਨੂੰ ਵੀ ਇਹ ਪਤਾ ਸੀਗਾ ਕਿ ਇਸ ਵਾਰੀ ਭਗਵੰਤ ਮਾਨ ਸਰਕਾਰ ਜਿਹੜੀ ਹੈ ਜਾਂ ਆਮ ਆਦਮੀ ਪਾਰਟੀ ਕਿਸੇ ਵੀ ਤਰੀਕੇ ਨਾਲ ਇਹ ਇਲੈਕਸ਼ਨ ਜਿੱਤੇਗੀ। ਸੋ ਬਜਾਏ ਇਸ ਦੇ ਕਿ ਉਹ ਇੱਥੇ ਆਉਂਦੇ ਅਤੇ ਫਿਰ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਕਿ ਜੀ ਪ੍ਰਿयंका जी के आने के बाद भी हम हार गए, तो ਫਿਰ ਮੁਸ਼ਕਿਲ ਹੋ ਜਾਣਾ ਸੀ ਉਹਨਾਂ ਲਈ। ਸੋ ਉਹਨਾਂ ਨੇ ਸਿਆਣਪ ਤੋਂ ਕੰਮ ਲਿਆ। ਸੋ ਉਹਨਾਂ ਨੂੰ ਸ਼ਾਇਦ ਨਜ਼ਰ ਆ ਰਿਹਾ ਸੀ ਕਿ ਉਹ ਇਲੈਕਸ਼ਨ ਹਾਰ ਜਾਣਗੇ। ਪਾਰਟੀਆਂ ਬਦਲਣ ਦਾ ਬੜਾ ਜ਼ਿਕਰ ਹੋਇਆ ਕਿ ਕੈਂਡੀਡੇਟ ਜਿਹੜੇ ਨੇ ਪਾਰਟੀਆਂ ਬਦਲ ਕੇ ਉਮੀਦਵਾਰ ਐਲਾਨੇ ਗਏ। ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਜਾਂਦੇ ਨੇ, ਕੀ ਉਹ ਵੀ ਵਾਧਾ ਸੀ ਆਮ ਆਦਮੀ ਪਾਰਟੀ ਦੇ ਲਈ? ਕਿਉਂਕਿ ਪੁਰਾਣੇ ਐਕਸ MLA ਨੇ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਤੋਂ ਹੀ ਐਕਸ MLA ਨੇ, ਉਹ ਵੀ ਇੱਕ ਫਾਇਦਾ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਕਿ ਕਾਂਗਰਸ ਦੀ ਵੋਟ ਉੱਠ ਕੇ ਜਿਹੜੀ ਉੱਧਰ ਗਈ ਹੋਏਗੀ। ਬਿਲਕੁਲ ਕਾਂਗਰਸ ਦੀ ਵੋਟ ਕਿਉਂਕਿ ਸਾਂਭੀ ਨਹੀਂ ਗਈ, ਪਾਰਟੀ ਨੇ ਉਹ ਵੋਟ ਸਾਂਭ ਨਹੀਂ ਸਕੇ। ਕਾਂਗਰਸ ਦੀ ਵੋਟ ਗਈ ਉੱਧਰ, ਰਵਿਦਾਸੀਆ ਕਮਿਊਨਿਟੀ ਦੀ ਵੋਟ ਜਿਹੜੀ ਰਿੰਕੂ ਹੁਣਾਂ ਨਾਲ ਜੁੜੀ ਹੋਈ ਸੀਗੀ ਉਹ ਉੱਥੇ ਗਈ। ਔਰ ਮੈਨੂੰ ਪਤਾ ਕਿ ਮੈਂ ਦੇਖਿਆ, ਇਹ ਵੀ ਓਬਜ਼ਰਵ ਕੀਤਾ ਕਿ ਕਾਂਗਰਸ ਦੇ ਵਿੱਚ ਭਾਵੇਂ ਚੌਧਰੀ ਸਾਹਿਬ ਦੀ ਜਿਹੜੀ ਵਿਡੋ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ, ਲੇਕਿਨ ਕਾਂਗਰਸ ਉਹਦੇ ਨਾਲ ਨਾਰਾਜ਼ਗੀ ਵੀ ਸੀ। ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਜੇ ਇਹ ਜਿੱਤ ਜਾਂਦੇ ਆ ਤਾਂ 24 'ਚ ਫਿਰ ਇਹ ਦਾਅਵੇਦਾਰ ਹੋ ਜਾਣਗੇ। ਸੋ 24 ਦੇ ਵਿੱਚ ਇਹਨਾਂ ਦਾ ਦਾਅਵਾ ਖਤਮ ਕਰਨ ਲਈ ਇਹਨਾਂ ਨੂੰ ਹਰਾਉਣਾ ਵੀ ਜ਼ਰੂਰੀ ਹੈ। ਸੋ ਅੰਦਰਗਤੀ ਕਾਂਗਰਸ ਦੇ ਵਿੱਚ ਇਹ ਵੀ ਸੈਂਟੀਮੈਂਟ ਜਿਹੜਾ ਹੈ ਚੱਲਦਾ ਰਿਹਾ। ਇਹ ਦੁਖਾਂਤ ਵੀ ਕਾਂਗਰਸ ਦੇ ਵਿੱਚ ਹੈਗਾ। ਸੋ ਰਿੰਕੂ ਦਾ ਜਾਣਾ, ਆਮ ਆਦਮੀ ਪਾਰਟੀ ਦੇ ਵਿੱਚ ਸੱਤਾ ਦੇ ਕੇਂਦਰ ਨਾਲ ਜੁੜਨਾ ਅਤੇ ਨਾਲ ਫਿਰ ਵੋਟ ਸ਼ਿਫਟ ਹੋਣੀ, ਇਹ ਸੁਭਾਵਿਕ ਜੀ ਗੱਲ ਹੈ, ਹੋਣਾ ਹੀ ਸੀ ਔਰ ਇਹ ਹੋਇਆ। ਅਸੀਂ ਪਹਿਲਾਂ ਵੀ ਦੇਖਦੇ ਹਾਂ ਆਮ ਆਦਮੀ ਪਾਰਟੀ ਨੇ ਜਿਹੜੇ ਇੱਥੇ ਸਾਡੇ MLAs ਬਣੇ ਨੇ ਉਹ ਇਲੈਕਟੇਬਲਸ ਨੇ, ਲਾਸਟ ਮੂਮੈਂਟ 'ਤੇ ਪਾਰਟੀਆਂ ਛੱਡ ਕੇ। ਲੁਧਿਆਣੇ ਦੇ ਵਿੱਚ ਮੇਰੇ ਖਿਆਲ 7 MLA ਜਿਹੜੇ, ਉਹਨਾਂ ਦੇ ਵਿੱਚੋਂ 6 ਐਸੇ ਹੈ ਜਿਹੜੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ। ਸ਼ਾਇਦ ਸਾਡੇ ਲੋਕ ਵੀ ਹੁਣ ਇਸ ਨੂੰ ਸਵੀਕਾਰ ਕਰਨ ਲੱਗ ਗਏ ਕਿ ਠੀਕ ਹੈ, ਕੋਈ ਗੱਲ ਨਹੀਂ, ਇਹ ਬੜੀ ਕਾਮਨ ਜਿਹੀ ਗੱਲ ਹੋ ਗਈ। ਹਾਲਾਂਕਿ ਇਹ ਕੋਈ ਬਹੁਤ ਵਧੀਆ ਟ੍ਰੈਂਡ ਨਹੀਂ ਹੈ ਡੈਮੋਕ੍ਰੇਸੀ ਦੇ ਵਿੱਚ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਨੈਤਿਕਤਾ ਦੇ ਉੱਤੇ ਸਵਾਲ ਉੱਠਦਾ ਹੈਗਾ। ਲੇਕਿਨ ਹੁਣ ਇਸ ਤਰ੍ਹਾਂ ਲੱਗਦਾ ਕਿ ਲੋਕਾਂ ਨੇ ਇਸ ਨੂੰ ਸਵੀਕਾਰ ਹੀ ਜਿਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ।
ਸੋ ਇਸ ਚੀਜ਼ ਦਾ ਫਾਇਦਾ ਕਾਂਗਰਸ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਉਹ ਹੋਇਆ। ਪੁਗਲ ਸਾਹਿਬ, ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ? 5 ਵਾਰ ਦੇ ਮੁੱਖ ਮੰਤਰੀ ਅਕਾਲੀ ਦਲ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਦੇਹਾਂਤ ਵੀ ਚੋਣਾਂ ਦੇ ਦੌਰਾਨ ਹੋਇਆ ਔਰ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਿਮਤੀ ਵੋਟ ਜਿਹੜੀ ਅਕਾਲੀ ਦਲ ਨੂੰ ਮਿਲ ਸਕਦੀ ਆ, ਉਸ ਨੂੰ ਕਿਵੇਂ ਵੇਖਦੇ ਹੋ ਕਿ ਪਹਿਲਾਂ ਜਿਹੜਾ ਗੱਠਜੋੜ ਸੀਗਾ ਬੀਜੇਪੀ ਦੇ ਨਾਲ ਸੀ, ਹੁਣ ਬਹੁਜਨ ਸਮਾਜਵਾਦੀ ਪਾਰਟੀ ਦੇ ਨਾਲ ਆ, ਔਰ ਕੀ ਲੱਗਦਾ ਕਿ ਇਹ ਵੋਟ ਬੈਂਕ ਜਿਹੜੀ ਹੈ ਡਿਵਾਈਡ ਹੋਈ ਹੈ? ਕਿਉਂਕਿ ਬੀਜੇਪੀ ਨੂੰ ਵੀ 1.5 ਲੱਖ ਦੇ ਕਰੀਬ ਵੋਟ ਪਈ ਹੈ ਔਰ ਅਕਾਲੀ ਦਲ ਨੂੰ ਵੀ 1.5 ਲੱਖ ਦੇ ਕਰੀਬ ਵੋਟ ਪਈ ਹੈ, ਉਸ ਬਾਰੇ ਕੀ ਕਹਿਣਾ ਚਾਹੋ? ਇਹ ਠੀਕ ਹੈ, ਅਕਾਲੀ ਦਲ ਦੀ ਪਰਫਾਰਮੈਂਸ ਲਗਾਤਾਰ ਜਿਹੜੀ ਹੈ ਉਹ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਕਾਲੀ ਦਲ ਦੀ ਲੀਡਰਸ਼ਿਪ ਵਾਸਤੇ ਔਰ ਅਕਾਲੀ ਦਲ ਦੇ ਜਿਹੜੇ ਰਵਾਇਤੀ ਸਮਰਥਕ ਹੈ ਉਹਨਾਂ ਵਾਸਤੇ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਅਕਾਲੀ ਦਲ ਨਾ ਸਿਰਫ ਬੀਜੇਪੀ ਦੇ ਅਲਾਇੰਸ ਟੁੱਟਣ ਦਾ ਨੁਕਸਾਨ ਹੀ ਹੋਇਆ, ਬਲਕਿ ਅਕਾਲੀ ਦਲ ਦੀ ਜਿਹੜੀ ਚੇਂਜ ਆਫ ਲੀਡਰਸ਼ਿਪ ਹੋਈ ਹੈ ਫਰੋਮ ਪ੍ਰਕਾਸ਼ ਸਿੰਘ ਬਾਦਲ ਟੂ ਸੁਖਬੀਰ ਬਾਦਲ, ਉਹ ਵੀ ਕਾਮਯਾਬ ਨਹੀਂ ਕਹੀ ਜਾ ਸਕਦੀ। ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਬਹੁਤ ਵੱਡੇ ਮਾਸ ਲੀਡਰ ਸੀ, ਲੋਕਾਂ ਨੂੰ ਨਾਲ ਲਗਾ ਕੇ ਤੋਰਨ ਦੀ ਕੈਪੇਬਿਲਿਟੀ ਰੱਖਦੇ ਸੀ, ਸੁਖਬੀਰ ਬਾਦਲ ਦੇ ਵਿੱਚ ਉਸ ਤਰ੍ਹਾਂ ਦੀ ਲੀਡਰਸ਼ਿਪ ਦੀ ਜਿਹੜੀ ਕੈਪੈਸਿਟੀ ਹੈ ਉਹ ਨਹੀਂ ਹੈ। ਸੋ ਮੈਂ ਸਮਝਦਾ ਇਹ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਰਿਜੈਕਟ ਕੀਤਾ ਲੋਕਾਂ ਨੇ ਔਰ ਅਕਾਲੀ ਦਲ ਇਸ ਕਰਕੇ ਹਾਸ਼ੀਏ 'ਤੇ ਚਲਾ ਗਿਆ, ਕਿਉਂਕਿ ਇਲੈਕਸ਼ਨ ਹਾਰਨ ਤੋਂ ਬਾਅਦ ਵੀ 2 ਦਫਾ ਇਲੈਕਸ਼ਨ, ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਹਾਰ ਚੁੱਕਾ ਅਕਾਲੀ ਦਲ, ਬਾਈ ਇਲੈਕਸ਼ਨ ਹਾਰ ਚੁੱਕਾ। ਅਕਾਲੀ ਦਲ ਨੇ ਆਪਣੀਆਂ ਨੀਤੀਆਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ, ਅਕਾਲੀ ਦਲ ਨੇ ਆਪਣੀਆਂ ਗਲਤੀਆਂ ਦੀ ਕੋਈ ਤੌਬਾ ਨਹੀਂ ਕੀਤੀ। ਹਾਲਾਂਕਿ ਸਰ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਦੇ ਉੱਤੇ ਸੁਖਬੀਰ ਬਾਦਲ ਨੇ ਕੋਈ ਥੋੜ੍ਹੀ ਜਿਹੀ ਗੱਲ ਕੀਤੀ ਸੀ, ਕਿਉਂਕਿ ਉਹ ਮੌਕਾ ਹੀ ਇਸ ਤਰ੍ਹਾਂ ਦਾ ਸੀ, ਲੇਕਿਨ ਗਰਾਊਂਡ ਦੇ ਉੱਤੇ, ਜਿਹਨੂੰ ਕਹਿੰਦੇ ਸਤ੍ਹਾ ਦੇ ਉੱਤੇ, ਕੋਈ ਸਾਨੂੰ ਉਸ ਤਰ੍ਹਾਂ ਦੀ ਤਬਦੀਲੀ ਨਜ਼ਰ ਨਹੀਂ ਆਉਂਦੀ। ਸ਼ਾਇਦ ਪੰਜਾਬ ਦੇ ਲੋਕ ਇੱਕ ਅਕਾਲੀ ਦਲ ਨੂੰ ਇੱਕ ਨਵੇਂ ਲੀਡਰਸ ਦੇ ਜਿਹੜੀ ਹੈ ਕਿਆਦਤ ਦੇ ਵਿੱਚ ਦੇਖਣਾ ਚਾਹੁੰਦੇ ਹੈ। ਉਹ ਅਕਾਲੀ ਦਲ ਖੁਦ ਤਬਦੀਲੀ ਲਿਆਉਂਦਾ ਜਾਂ ਕਿਸ ਤਰ੍ਹਾਂ ਆਉਂਦੀ, ਕਦੋਂ ਆਉਂਦੀ, ਇਹ ਤਾਂ ਸਮਾਂ ਹੀ ਦੱਸੇਗਾ। ਲੇਕਿਨ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਔਰ ਅਕਾਲੀ ਦਲ ਦੀਆਂ ਜਿਹੜੀਆਂ ਨੀਤੀਆਂ ਦਾ ਜਿਹੜਾ ਔਰ ਸਿਆਸਤ ਦਾ ਜਿਹੜਾ ਅੰਦਾਜ਼ ਹੈ, ਲੋਕਾਂ ਨੇ ਉਸ ਨੂੰ ਰਿਜੈਕਟ ਕੀਤਾ। ਪੁਗਲ ਸਾਹਿਬ, ਜਿਹੜੇ 2024 ਦੇ ਲੋਕ ਸਭਾ ਦੇ ਇਲੈਕਸ਼ਨ ਨੇ, ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਵੇਂ ਵੇਖਦੇ ਹੋ ਕਿ ਆਮ ਆਦਮੀ ਪਾਰਟੀ ਲੀਡ ਕਰੇਗੀ? ਇਸ ਜਲੰਧਰ ਦੀ ਜਿਹੜੀ ਲੋਕ ਸਭਾ ਜ਼ਿਮਨੀ ਚੋਣ ਜਿੱਤੀ ਹੈ, ਉਹਦਾ ਕੋਈ ਇੰਪੈਕਟ 2024 ਦੇ ਇਲੈਕਸ਼ਨਸ 'ਤੇ ਪਏਗਾ? ਨਹੀਂ, 2024 ਦੇ ਇਲੈਕਸ਼ਨ ਤੇ ਜਲੰਧਰ ਬਾਈ ਇਲੈਕਸ਼ਨ ਦਾ ਕੋਈ ਇੰਪੈਕਟ ਮੈਂ ਨਹੀਂ ਦੇਖਦਾ, ਕਿਉਂਕਿ ਇਹ ਇੱਕ ਡਿਫਰੈਂਟ ਕੰਟੈਕਸਟ ਸੀ, ਇੱਕ ਡਿਫਰੈਂਟ ਸਿਨੈਰੀਓ ਸੀ ਔਰ ਇਹ ਆਮ ਆਦਮੀ ਪਾਰਟੀ ਨੇ ਉਸ ਤਰੀਕੇ ਨਾਲ ਲਿਆ। 2024 ਦੇ ਜਨਰਲ ਇਲੈਕਸ਼ਨ ਦੇ ਵਿੱਚ ਜਿਹੜਾ ਇੱਕ ਕੌਮੀ ਸਤ੍ਹਾ ਦੇ ਉੱਤੇ ਨੈਰੇਟਿਵ ਬਣੇਗਾ, ਉਹ ਪੰਜਾਬ ਨੂੰ ਵੀ ਪ੍ਰਭਾਵਿਤ ਕਰੇਗਾ, ਇਸ ਕਰਕੇ ਉਹ ਨੈਰੇਟਿਵ ਦਾ ਇੰਪੈਕਟ ਪਏਗਾ। ਸੈਕੰਡਲੀ, ਉਸ ਵੇਲੇ ਲੋਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਰਫਾਰਮੈਂਸ ਔਰ ਕੇਜਰੀਵਾਲ ਦੀ ਪਰਫਾਰਮੈਂਸ ਐਜ਼ ਏ ਪਾਰਟੀ ਲੀਡਰ, ਨੈਸ਼ਨਲ ਪਾਰਟੀ ਲੀਡਰ ਜਾਂ ਰੀਜਨਲ ਲੀਡਰ, ਜੋ ਵੀ ਉਸ ਨੂੰ ਆਪਾਂ ਕਹਿ ਲਈਏ, ਉਸ ਨੂੰ ਦੇਖਣਗੇ। ਔਰ ਮੈਂ ਸਮਝਦਾ ਕਿ ਅੱਜ ਦੀ ਡੇਟ ਦੇ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਕੋਈ ਬਹੁਤੀ ਤਸੱਲੀ ਬਖਸ਼ ਹੈਗੀ ਹੈ ਲਾਅ ਐਂਡ ਆਰਡਰ ਦੇ ਮਸਲੇ 'ਤੇ ਖਾਸ ਤੌਰ 'ਤੇ, ਅਦਰਵਾਈਜ਼ ਵੀ ਜਿਹੜੀ ਪ੍ਰਸ਼ਾਸਨ ਹੈ ਜਿਹੜਾ ਹੈ ਉਹ ਲੋਕ ਪੱਖੀ ਉਸ ਤਰ੍ਹਾਂ ਦਾ ਜਿਹੜਾ ਉਹਦਾ ਰੁਝਾਨ ਨਹੀਂ ਹੈ। ਬਾਰ-ਬਾਰ ਨਵੇਂ ਤੋਂ ਨਵੇਂ ਸਕੈਂਡਲ ਆ ਰਹੇ ਹੈਗੇ, ਆਫਿਸਰਸ ਦੇ ਜਿਹੜੇ ਹੈ ਜਿਹੜੀਆਂ ਕਰਤੂਤਾਂ ਉਹਨਾਂ ਦੀਆਂ ਉਹ ਜ਼ਾਹਿਰ ਹੋ ਰਹੀਆਂ, ਉਹਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪੈ ਸਕਦਾ ਕਿ ਤੁਹਾਡਾ ਪ੍ਰਸ਼ਾਸਨ ਜਿਹੜਾ ਹੈ ਮਾੜਾ ਹੈ। ਦੂਸਰਾ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਫੇਸ ਹੈ ਅਰਵਿੰਦ ਕੇਜਰੀਵਾਲ, ਮੈਂ ਸਮਝਦਾ ਕਿ ਉਹ ਆਪਣੇ ਆਪ ਨੂੰ ਇੱਕ ਕ੍ਰੈਡੀਬਲ ਨੈਸ਼ਨਲ ਲੀਡਰਸ਼ਿਪ ਦੇ ਵਿੱਚ ਸਥਾਪਿਤ ਨਹੀਂ ਕਰ ਸਕੇ। ਨੈਸ਼ਨਲ ਲੀਡਰ ਤਾਂ ਉਹ ਹੈ ਨਹੀਂ, ਲੇਕਿਨ ਉਸ ਦੇ ਕਿਸੇ ਵੀ ਰੈਂਕ 'ਚ ਵੀ ਸਥਾਪਿਤ ਨਹੀਂ ਕਰ ਸਕੇ, ਕਿਉਂਕਿ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਜਿਹੜੀ ਹੈ ਉਸ 'ਤੇ ਸਵਾਲੀਆ ਚਿੰਨ੍ਹ ਲੱਗੇ ਹੋਏ ਹੈ। ਪੰਜਾਬ ਦੇ ਵਿੱਚ ਵੀ ਜੇ ਆਮ ਆਦਮੀ ਪਾਰਟੀ ਸੱਤਾ ਚਾਹੀ ਤਾਂ ਲੋਕ ਇਸ ਕਰਕੇ ਨਹੀਂ ਆਈ ਕਿ ਲੋਕਾਂ ਨੇ ਉਹਨਾਂ ਨੂੰ ਸਿੱਧੇ ਵੋਟ ਪਾਏ, ਪੋਜ਼ੀਟਿਵ ਪੋਲਿੰਗ ਨਹੀਂ ਹੋਈ, ਇਸ ਕਰਕੇ ਆਏ ਕਿ ਇੱਥੇ ਲੋਕ ਅਕਾਲੀ ਦਲ ਔਰ ਕਾਂਗਰਸ ਦੀ ਪਰਫਾਰਮੈਂਸ ਤੋਂ ਬਾਰ-ਬਾਰ ਨਾਰਾਜ਼ ਹੋ ਕੇ ਉਹਨਾਂ ਨੇ ਕਿਹਾ ਕਿ ਇੱਕ ਬਦਲ ਜਿਹੜਾ ਹੈ ਸਥਾਪਿਤ ਕਰ ਲਿਆ ਜਾਏ। ਫਿਰ ਬਾਅਦ 'ਚ ਗੁਜਰਾਤ ਇਲੈਕਸ਼ਨ ਦੇ ਵਿੱਚ ਕੇਜਰੀਵਾਲ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਪੰਜਾਬ ਦੇ ਨੇਤਾ ਵੀ ਗਏ, ਸਾਡੇ ਚੀਫ ਮਿਨਿਸਟਰ ਭਗਵੰਤ ਮਾਨ ਵੀ ਜਾਂਦੇ ਰਹੇ, ਪੰਜਾਬ ਸਰਕਾਰ ਦਾ ਪਬਲਿਕ ਰਿਲੇਸ਼ਨਸ ਦਾ ਫੰਡ ਉੱਥੇ ਖਰਚਿਆ ਗਿਆ, ਇਸ ਦੇ ਬਾਵਜੂਦ ਉੱਥੇ ਕੋਈ ਉਹਨਾਂ ਦੇ ਹੱਥ ਪੱਲੇ ਨਹੀਂ ਪਿਆ। ਹਿਮਾਚਲ 'ਚ ਇਲੈਕਸ਼ਨ ਹੋਏ, ਉੱਥੇ ਵੀ ਉਹਨਾਂ ਨੂੰ ਜਿਹੜਾ ਹੈ ਕੋਈ ਕਿਸੇ ਕਿਸਮ ਦੀ ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਸੋ ਆਮ ਆਦਮੀ ਪਾਰਟੀ ਲਈ 2024 ਦਾ ਜਿਹੜਾ ਜਨਰਲ ਇਲੈਕਸ਼ਨ ਹੈ ਉਹਦੇ 'ਚ ਜੇ ਉਹ ਇਹ ਕਹਿੰਦੇ ਕਿ ਪੰਜਾਬ 'ਚੋਂ 13 ਦੀਆਂ 13 ਸੀਟਾਂ ਜਿੱਤ ਜਾਣਗੇ ਤਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਓਵਰ ਰੇਟ ਕਰ ਰਹੇ ਹੈ। ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਇੰਨੀਆਂ ਸੀਟਾਂ ਮਿਲ ਜਾਣਗੀਆਂ। ਇੱਥੇ ਕੁਝ ਸੀਟਾਂ ਬੀਜੇਪੀ ਵੀ ਜ਼ਰੂਰ ਜਿੱਤੇਗੀ, ਜਿਸ ਤਰ੍ਹਾਂ ਉਹ ਲੱਗੇ ਹੋਏ ਆ ਬਾਰ-ਬਾਰ, ਔਰ ਕੁਝ ਇਸ ਤਰ੍ਹਾਂ ਦੇ ਇਲਾਕੇ ਹੈ ਜਿੱਥੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਪੋਲੀਟਿਕਸ ਕਾਮਯਾਬ ਹੋ ਜਾਏਗੀ। ਅਕਾਲੀ ਦਲ ਵੀ ਕੁਝ ਸੀਟਾਂ ਜਿੱਤੇਗਾ, ਕਾਂਗਰਸ ਦਾ ਵੀ ਇੱਥੇ ਬੇਸ ਹੈਗਾ। ਸੋ ਮਿਲਵੀਆਂ ਜੁਲਵੀਆਂ ਸੀਟਾਂ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਜਿੱਤਣਗੇ ਤੋ ਆਮ ਆਦਮੀ ਪਾਰਟੀ ਬਿਲਕੁਲ ਉਸ ਤਰ੍ਹਾਂ ਦਾ ਕਲੇਮ ਨਹੀਂ ਕਰ ਸਕੇਗੀ। ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ। ਸੋ ਇਸ ਸਾਡੇ ਨਾਲ ਪ੍ਰੋਫੈਸਰ PS ਭੋਗਲ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੀ ਕਾਰਨ ਰਹੇ ਆਮ ਆਦਮੀ ਪਾਰਟੀ ਦੇ ਜਲੰਧਰ ਜ਼ਿਮਨੀ ਚੋਣ ਨੂੰ ਜਿੱਤਣ ਦੇ ਲਈ ਔਰ ਕਿੱਥੇ
ਕਮੀ ਰਹੀ ਕਾਂਗਰਸ, ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਵੱਲੋਂ। ਸੋ ਬੇਸ਼ੱਕ ਇਹ ਜਿਹੜੀ ਜ਼ਿਮਨੀ ਚੋਣ ਹੈ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ, ਪਰ ਇੱਕ ਵੱਡਾ ਚੋਣ ਮੈਦਾਨ ਜਿਹੜਾ ਤਿਆਰ ਹੋ ਰਿਹਾ ਹੈ 2024 ਦੇ ਲੋਕ ਸਭਾ ਦੇ ਇਲੈਕਸ਼ਨਸ ਦੇ ਲਈ। ਸੋ ਵੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਦੇਸ਼ ਭਰ ਦੇ ਵਿੱਚ ਲੀਡ ਕਰੇਗੀ ਔਰ ਕੇਂਦਰ ਦੇ ਵਿੱਚ ਸਰਕਾਰ ਸਥਾਪਿਤ ਕਰਨ ਦੇ ਲਈ ਕਾਮਯਾਬ ਹੋਏਗੀ। ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਅਮਨ ਸਿੰਘ, ਲੁਧਿਆਣਾ ਟਾਈਮ।